ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਖੇਤੀ ਕਾਨੂੰਨਾਂ ਦੇ ਅਮਲ ਤੇ ਮੁਲਤਵੀ ਕਰਨ ਦੇ ਪ੍ਰਸਤਾਵ ਤੋਂ ਬਾਅਦ ਦੀ ਰਣਨੀਤੀ ਬਾਰੇ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਦਵਿੰਦਰਪਾਲ ਜੀ। ਦਵਿੰਦਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ। ਦਵਿੰਦਰ ਜੀ, ਕੱਲ 10ਵੇਂ ਗੇੜ ਦੀ ਮੀਟਿੰਗ ਹੋ ਕੇ ਹਟੀ ਹੈ ਕੇਂਦਰ ਤੇ ਕਿਸਾਨ ਧਿਰਾਂ ਦੇ ਵਿਚਕਾਰ, ਤੇ ਕੇਂਦਰ ਸਰਕਾਰ ਨੇ 10ਵੇਂ ਗੇੜ ਦੀ ਮੀਟਿੰਗ ਦੇ ਵਿੱਚ ਜਿਹੜਾ ਹੈਗਾ ਇਹਨਾਂ ਕਾਨੂੰਨਾਂ ਨੂੰ 2 ਸਾਲ ਲਈ ਜਿਹੜਾ ਹੈਗਾ ਮੁਲਤਵੀ ਕਰਨ ਦਾ ਤਜਵੀਜ਼ ਕਿਸਾਨ ਜਥੇਬੰਦੀਆਂ ਅੱਗੇ ਪੇਸ਼ ਕੀਤੀ ਹੈ। ਕੇਂਦਰ ਦੀ ਇਸ ਤਜਵੀਜ਼ ਤੋਂ ਬਾਅਦ ਜਿਹੜਾ ਅੱਜ ਕਿਸਾਨ ਜਥੇਬੰਦੀਆਂ ਮੀਟਿੰਗ ਕਰ ਰਹੀਆਂ ਨੇ, ਇਸ ਬਾਰੇ ਸਾਰੀ ਵਿਚਾਰ ਚਰਚਾ ਕਰ ਰਹੀਆਂ। ਅਸੀਂ ਜਾਣਨਾ ਚਾਹਾਂਗੇ ਹੁਣ ਤੱਕ ਦੀ ਇਹ ਜਿਹੜੀ ਮੀਟਿੰਗ ਹੋ ਰਹੀ ਹੈ ਸਵੇਰ ਦੀ, ਇਹਨਾਂ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਇਆ, ਕਿਸਾਨ ਜਥੇਬੰਦੀਆਂ ਕੀ ਰਣਨੀਤੀ ਤਿਆਰ ਕਰ ਰਹੀਆਂ ਨੇ? ਕਿਸਾਨ ਜਥੇਬੰਦੀਆਂ ਅਤੇ ਭਾਰਤ ਸਰਕਾਰ ਦਰਮਿਆਨ ਜਿਹੜੀ ਪਿਛਲੇ ਆਪਾਂ ਇਹ ਕਹਿ ਲਈਏ ਵੀ ਅਕਤੂਬਰ ਤੋਂ ਲੈ ਕੇ 19 ਜਨਵਰੀ ਤੱਕ 20 ਜਨਵਰੀ ਤੱਕ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਨੇ, ਸਭ ਤੋਂ ਜਿਹੜੀ ਕਾਰਗਰ ਮੀਟਿੰਗ ਹੈ, ਸਕਸੈਸਫੁਲ, ਜਿਹਨੂੰ ਸਫਲਤਾਪੂਰਵਕ ਮੀਟਿੰਗ ਕਹਿ ਦਈਏ, ਉਹ 20 ਤਰੀਕ ਵਾਲੀ ਮੀਟਿੰਗ ਮੰਨੀ ਜਾ ਸਕਦੀ ਹੈ। ਜਿਸ ਮੀਟਿੰਗ ਦੇ ਵਿੱਚ ਭਾਰਤ ਸਰਕਾਰ ਦੇ 3 ਮੰਤਰੀਆਂ ਨੇ ਇਹ ਸੰਕੇਤ ਦਿੱਤੇ ਵੀ ਸਰਕਾਰ ਜਿਹੜੀ ਹੈ ਉਹ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੀ ਹੋਈ ਲੋਕਾਂ ਦੀਆਂ ਮੰਗਾਂ ਮੰਨਣ ਲਈ ਤਿਆਰ ਹੈ। ਸਭ ਤੋਂ ਪਹਿਲੀ ਗੱਲ ਮੈਂ ਇਹ ਕਹੂੰਗਾ ਵੀ ਕਿਸੇ ਵੀ ਸਰਕਾਰ ਦੀ, ਚਾਹੇ ਉਹ ਕੇਂਦਰ ਦੀ ਸਰਕਾਰ ਹੋਵੇ ਚਾਹੇ ਕਿਸੇ ਰਾਜ ਸਰਕਾਰ ਦੀ ਹੋਵੇ, ਅੰਦੋਲਨ ਕਰ ਰਹੇ ਲੋਕਾਂ ਦੀਆਂ ਮੰਗਾਂ ਮੰਨਣਾ ਕੋਈ ਝੁਕਣਾ ਨਹੀਂ ਹੁੰਦਾ, ਕੋਈ ਇੱਜ਼ਤ ਦਾਤੇ ਨਹੀਂ ਲੱਗਦੀ ਹੁੰਦੀ, ਇਹਦੇ ਨਾਲ ਇੱਜ਼ਤ ਵੱਧਦੀ ਹੁੰਦੀ ਹੈ। ਜੇ ਸਰਕਾਰ ਇਸ ਹੱਦ ਤੱਕ ਪਹੁੰਚ ਗਈ ਵੀ ਅਸੀਂ ਜਿਹੜੇ ਹੈ ਖੇਤੀ ਕਾਨੂੰਨ ਜਿਨ੍ਹਾਂ ਨੂੰ ਲੈ ਕੇ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਨੇ, ਉਹਨਾਂ ਨੂੰ 1.5 ਸਾਲ ਲਈ ਉਹਨਾਂ ਦਾ ਅਮਲ ਜਿਹੜਾ ਹੈ ਉਹ ਮੁਲਤਵੀ ਕਰਨ ਲਈ ਅਸੀਂ ਤਿਆਰ ਹਾਂ, ਤਾਂ ਇਹ ਜਿੱਥੇ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੀ ਇੱਕ ਪੱਖ ਤੋਂ ਜਿੱਤ ਹੈ ਵੀ ਉਹਨਾਂ ਨੇ ਇਸ ਸਾਰੇ ਅੰਦੋਲਨ ਨੂੰ ਸ਼ਾਂਤਮਈ ਤਰੀਕੇ ਨਾਲ ਚਲਾਇਆ ਹੈਗਾ। ਪੰਜਾਬ ਤੋਂ ਉੱਠਿਆ ਅੰਦੋਲਨ ਜਦੋਂ ਕੌਮੀ ਰਾਜਧਾਨੀ ਦੀਆਂ ਸਰਹੱਦਾਂ 'ਤੇ ਪਹੁੰਚ ਗਿਆ, ਤਾਂ ਪਹੁੰਚਣ ਤੋਂ ਬਾਅਦ ਜਿਸ ਤਰ੍ਹਾਂ ਦਾ ਤਹੱਲਮ, ਜਿਸ ਤਰ੍ਹਾਂ ਦੀ ਸ਼ਾਂਤੀ ਕਿਸਾਨਾਂ ਨੇ ਤੇ ਕਿਸਾਨ ਜਥੇਬੰਦੀਆਂ ਨੇ ਦਿਖਾਈ ਹੈ, ਸਭ ਤੋਂ ਵੱਡੀ ਗੱਲ ਕਿਸਾਨ ਜਥੇਬੰਦੀਆਂ ਦਾ ਏਕਾ। ਇਹ ਜਿਹੜਾ ਅਸੀਂ ਸ਼ੁਰੂ 'ਚ ਬੜੇ ਬਚਪਨ 'ਚ ਜਿਹੜੇ ਅਸੀਂ ਕਿਤਾਬਾਂ 'ਚ ਕਹਾਣੀਆਂ ਪੜ੍ਹਦੇ ਹੁੰਦੇ ਸੀ ਨਾ ਵੀ ਏਕੇ 'ਚ ਬਲ, ਇਹ ਏਕੇ 'ਚ ਬਲ ਦਾ ਇੱਕ ਬਹੁਤ ਵੱਡਾ ਸਬੂਤ ਹੈ। ਜਿਹੜੀਆਂ ਕਿਸਾਨ ਜਥੇਬੰਦੀਆਂ ਨੂੰ ਹਰ ਤਰ੍ਹਾਂ ਨਾਲ ਪਾੜਨ ਦੀ ਉਹਨਾਂ ਨੂੰ ਕੋਸ਼ਿਸ਼ ਕੀਤੀ ਗਈ ਤੇ ਕਿਸਾਨਾਂ ਨੂੰ ਹੰਭਾਉਣ ਥਕਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਹ ਨਹੀਂ ਅੱਕੇ। ਮੀਟਿੰਗ ਦਰ ਮੀਟਿੰਗ ਸਭ ਤੋਂ ਵੱਡੀ ਗੱਲ ਆਤਿਸ਼ ਜਿਹੜੀ ਇਸ ਸਾਰੇ ਸੰਘਰਸ਼ ਦੌਰਾਨ ਜਿਹੜੀ ਵਿਚਾਰਨ ਵਾਲੀ ਹੈ, ਹਜੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਤੋਂ ਬਾਅਦ ਪਤਾ ਲੱਗੂ ਸਿੱਟਾ ਕੀ ਨਿਕਲਦਾ ਹੈ। ਕਿਸਾਨ ਜਥੇਬੰਦੀਆਂ ਭਾਰਤ ਸਰਕਾਰ ਦੇ ਇਸ ਪ੍ਰਸਤਾਵ ਨੂੰ, ਇਸ ਪੇਸ਼ਕਸ਼ ਨੂੰ ਕਿਸ ਤਰੀਕੇ ਨਾਲ ਅਪਣਾਉਂਦੀਆਂ, ਗੱਲਬਾਤ ਕਿਵੇਂ ਅੱਗੇ ਵੱਧਦੀ ਹੈ, ਇਹ ਆਪਾਂ ਨੂੰ ਸ਼ਾਮ ਤੱਕ ਪਤਾ ਲੱਗ ਜੂ। ਪਰ ਹੁਣ ਤੱਕ ਦਾ ਆਪਾਂ ਇਹ ਸਾਰਾ ਇੱਕ ਗੱਲ ਦਾ ਨਿਚੋੜ ਕੱਢ ਸਕਦੇ ਹਾਂ ਵੀ ਜਿਸ ਤਰ੍ਹਾਂ ਭਾਰਤ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਨੇ ਪਰਤ ਦਰ ਪਰਤ ਗੱਲਬਾਤ ਨੂੰ ਅੱਗੇ ਵਧਾਇਆ, ਗੱਲਬਾਤ ਟੁੱਟਣ ਨਹੀਂ ਦਿੱਤੀ, ਕਿਉਂਕਿ ਕਿਸੇ ਵੀ ਸਮੱਸਿਆ ਦਾ ਹੱਲ ਗੱਲਬਾਤ ਰਾਹੀਂ ਹੀ ਸੰਭਵ ਹੁੰਦਾ ਹੈ ਤੇ ਗੱਲਬਾਤ ਰਾਹੀਂ ਹੀ ਇਹਦਾ ਨਿਪਟਾਰਾ ਹੋਣਾ ਹੁੰਦਾ ਹੈ, ਤੇ ਇਹ ਗੱਲਬਾਤ ਟੁੱਟਣ ਨਹੀਂ ਦਿੱਤੀ। ਅਖੀਰ 20 ਤਰੀਕ ਨੂੰ ਭਾਰਤ ਸਰਕਾਰ ਦੇ 3 ਮੰਤਰੀਆਂ ਵੱਲੋਂ ਇਹ ਸੰਦੇਸ਼ ਦੇ ਦਿੱਤਾ ਗਿਆ ਵੀ ਸਰਕਾਰ ਜਿਹੜੀ ਹੈ ਇਹਨਾਂ ਕਾਨੂੰਨਾਂ 'ਤੇ 1.5 ਸਾਲ ਲਈ ਅਮਲ ਰੋਕਣ ਲਈ ਰਾਜੀ ਹੈ। ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਆਪਣੀ ਮੀਟਿੰਗ ਜਿਹੜੀ ਹੈ ਉਹ ਅੱਜ ਸੱਦ ਲਈ ਹੋਈ ਹੈ। ਮੀਟਿੰਗ ਜਦੋਂ ਆਪਾਂ ਹੁਣ ਇਸ ਵੇਲੇ ਗੱਲਬਾਤ ਕਰ ਰਹੇ ਹਾਂ ਤਾਂ ਮੀਟਿੰਗ ਜਿਹੜੀ ਹੈ ਉਹ ਨਵੀਂ ਦਿੱਲੀ ਦੇ ਵਿੱਚ ਚੱਲ ਰਹੀ ਹੈ। ਅਜੇ ਤੱਕ ਜੋ ਅਸੀਂ ਪਤਾ ਕੀਤਾ ਹੈ, ਹਜੇ ਤੱਕ ਸਹਿਮਤੀ ਨਹੀਂ ਬਣੀ ਵੀ ਭਾਰਤ ਸਰਕਾਰ ਵੱਲੋਂ ਜੋ ਪ੍ਰਸਤਾਵ ਦਿੱਤਾ ਗਿਆ ਉਸ ਬਾਰੇ ਕੀ ਫੈਸਲਾ ਲਿਆ ਜਾਵੇ, ਕਿਉਂਕਿ ਕੱਲ੍ਹ ਨੂੰ ਹੀ 22 ਤਰੀਕ ਨੂੰ ਮੰਤਰੀਆਂ ਵੱਲੋਂ ਮੁੜ ਤੋਂ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਜਾਣੀ ਹੈ। ਉਸ ਮੀਟਿੰਗ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਆਪਣਾ ਰੁਖ ਦੱਸਣਾ ਹੈ, ਆਪਣਾ ਏਜੰਡਾ ਦੱਸਣਾ ਹੈ ਵੀ ਅਸੀਂ ਕਿਸ ਹੱਦ ਤੱਕ ਮੰਨਣ ਨੂੰ ਤਿਆਰ ਹੈ ਜਾਂ ਕੀ ਕਰਨਾ ਹੈਗਾ। ਇਹਦੇ ਲਈ ਸਭ ਤੋਂ ਵੱਡੀ ਗੱਲ ਜਿਹੜੀ ਹੈ ਇਸ ਵੇਲੇ ਸੋਚਣ ਵਾਲੀ ਹੈ ਵੀ ਕਿਸਾਨਾਂ ਦੇ ਹਿੱਤ ਜਿਹੜੇ ਹੈ ਉਹ ਪ੍ਰੋਟੈਕਟ ਹੋਣੇ ਚਾਹੀਦੇ ਹੈ, ਉਹਨਾਂ ਦੀ ਰਾਖੀ ਹੋਣੀ ਚਾਹੀਦੀ ਹੈ, ਜਿਨ੍ਹਾਂ ਕਿਸਾਨ ਮੰਗਾਂ ਨੂੰ ਲੈ ਕੇ ਪੰਜਾਬ ਤੋਂ ਸੰਘਰਸ਼ ਲੈ ਕੇ ਦਿੱਲੀ ਤੱਕ ਪਹੁੰਚਿਆ ਹੈਗਾ। ਦੂਜੀ ਗੱਲ, ਕਿਸਾਨਾਂ ਦੇ ਵਿੱਚ ਏਕਤਾ ਜਿਹੜੀ ਹੈ ਉਹ ਬਰਕਰਾਰ ਰਹਿਣੀ ਚਾਹੀਦੀ ਹੈ। ਤੀਜੀ ਗੱਲ, ਅੰਦੋਲਨ ਜਿਹੜਾ ਹੈ ਉਹ ਸ਼ਾਂਤਮਈ ਤਰੀਕੇ ਨਾਲ ਚੱਲਣਾ ਚਾਹੀਦਾ ਹੈ, ਜਿਸ ਤਰ੍ਹਾਂ ਹੁਣ ਤੱਕ ਚੱਲਦਾ ਆ ਰਿਹਾ ਹੈ। ਕੱਲ੍ਹ ਦੇ ਸਰਕਾਰ ਦੇ ਨਜ਼ਰੀਏ ਤੋਂ
ਮੈਨੂੰ 100 ਸਾਲ ਪਹਿਲਾਂ ਵਾਪਰੀਆਂ ਦੋ ਘਟਨਾਵਾਂ ਦਾ ਚੇਤਾ ਆ ਗਿਆ। ਉਹ ਸੀ ਗੁਰੂ ਕੇ ਬਾਗ ਦਾ ਮੋਰਚਾ ਤੇ ਇੱਕ ਜੈਤੋ ਦਾ ਮੋਰਚਾ। ਉਦੋਂ ਵੀ ਪੰਜਾਬੀਆਂ ਨੇ, ਸਿੱਖਾਂ ਨੇ ਜਿਸ ਤਰ੍ਹਾਂ ਸ਼ਾਂਤੀ ਨਾਲ ਉਹ ਦੋਨੋਂ ਅੰਦੋਲਨ ਲੜੇ, ਸੰਘਰਸ਼ ਲੜਿਆ, ਕੁੱਟ ਖਾਧੀ ਪਰ ਸੀ ਨਹੀਂ ਕੀਤੀ, ਤੇ ਉਹ ਮੰਗਾਂ ਅੰਗਰੇਜ਼ ਹਕੂਮਤ ਮੰਨਣ ਲਈ ਤਿਆਰ ਹੋਈ। ਜਦੋਂ ਅੰਗਰੇਜ਼ ਹਕੂਮਤ ਜਾ ਕੇ, ਚਾਹੇ ਉਹ ਅਕਾਲ ਤਖਤ ਤੇ ਜਾ ਕੇ ਜਥੇਦਾਰ, ਮੈਂ ਸੌਰੀ ਨਾਂ ਭੁੱਲ ਗਿਆ, ਜਥੇਦਾਰ ਸਾਹਿਬਾਨ ਨੂੰ ਚਾਬੀਆਂ ਦੇਣ ਦਾ ਮਸਲਾ ਹੋਵੇ, ਜਾਂ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਸਰ ਗੰਗਾ ਰਾਮ ਨੂੰ ਵਿੱਚ ਪੈ ਕੇ ਸਮਝੌਤਾ ਕਰਨ ਦੀ ਗੱਲ ਹੋਵੇ। ਇਸ ਲਈ ਇਹ ਸਾਬਤ ਕਰਦਾ ਹੈ ਇਤਿਹਾਸ ਵੀ ਸ਼ਾਂਤਮਈ ਅੰਦੋਲਨ ਹੀ ਜਿੱਤਦੇ ਨੇ, ਤੇ ਸ਼ਾਂਤੀ ਨਾਲ ਰਹਿ ਕੇ ਹੀ ਇਹ ਅੰਦੋਲਨ ਜਿੱਤਿਆ ਜਾ ਸਕਦਾ ਹੈਗਾ। ਦਵਿੰਦਰ ਜੀ, ਕਿਸਾਨ ਜਥੇਬੰਦੀਆਂ 26 ਜਨਵਰੀ ਨੂੰ ਗਣਤੰਤਰ ਦਿਵਸ ਵਾਲੇ ਦਿਨ ਟਰੈਕਟਰ ਮਾਰਚ ਪਰੇਡ ਦੀਆਂ ਜਿਹੜੀਆਂ ਤਿਆਰੀਆਂ ਕਰ ਰਹੇ ਨੇ, ਤੇ ਅੱਜ ਵੀ ਜਿਹੜੀ ਦਿੱਲੀ ਪੁਲਿਸ ਤੇ ਕਿਸਾਨ ਜਥੇਬੰਦੀਆਂ ਦੇ ਵਿਚਕਾਰ ਮੀਟਿੰਗ ਹੋਈ ਹੈ ਵੀ ਕਿ ਪਰੇਡ ਨੂੰ ਲੈ ਕੇ ਪਰੇਡ ਦਾ ਰੂਟ ਕੀ ਰਹੇਗਾ ਜਾਂ ਕਿਵੇਂ ਇਸ ਪਰੇਡ ਨੂੰ ਸ਼ਾਂਤਮਈ ਢੰਗ ਨਾਲ ਜਿਹੜਾ ਕੱਢਿਆ ਜਾਏਗਾ। ਤੇ ਕਿਸਾਨ ਜਥੇਬੰਦੀਆਂ ਦਾ ਕਹਿਣਾ ਵੀ ਕਿ ਅਸੀਂ ਦਿੱਲੀ ਦੀ ਰਿੰਗ ਰੋਡ ਤੇ ਜਿਹੜਾ ਇਹ ਟਰੈਕਟਰ ਮਾਰਚ ਕੱਢਾਂਗੇ, ਤੇ ਪੁਲਿਸ ਜਿਹੜਾ ਹੈਗਾ ਉਹਨਾਂ ਨੂੰ ਰੋਕਣ ਦੀਆਂ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ, ਤੇ ਅੱਜ ਵੀ ਉਹਨਾਂ ਵੱਲੋਂ ਜਿਹੜੀ ਇਹ ਮੀਟਿੰਗ ਕੀਤੀ ਗਈ ਹੈ, ਇਸ ਮੀਟਿੰਗ 'ਚ ਕੀ ਕੁਝ ਗੱਲਾਂ ਜਿਹੜੀਆਂ ਹੈਗੀਆਂ ਹੁਣ ਤੱਕ ਸਾਹਮਣੇ ਆਈਆਂ? ਦੇਖੋ, ਜਿਹੜਾ ਇਹ ਸਰਕਾਰ ਦਾ ਪ੍ਰਸਤਾਵ ਵੀ ਆਇਆ 1.5 ਸਾਲ ਲਈ ਕਾਨੂੰਨ ਤੇ ਅਮਲ ਜਿਹੜਾ ਉਹ ਮੁਲਤਵੀ ਕਰਨ ਦਾ, ਉਹ ਵੀ ਇਹ ਮੰਨਿਆ ਜਾ ਰਿਹਾ ਵੀ 26 ਜਨਵਰੀ ਦੀ ਜਿਹੜੀ ਟਰੈਕਟਰ ਪਰੇਡ ਹੈ ਉਹਨੂੰ ਮੁਲਤਵੀ ਕਰਾਉਣ ਵਾਲੇ ਪਾਸੇ ਨੂੰ ਹੀ ਭਾਰਤ ਸਰਕਾਰ ਨੇ ਜਿਹੜਾ ਇਹ ਫੈਸਲਾ ਲਿਆ ਹੈ ਵੀ ਕਿਵੇਂ ਨਾ ਕਿਵੇਂ ਜਿਹੜਾ ਸਾਰਾ ਸੰਘਰਸ਼ ਢਾਲ ਕੇ ਕਿਸਾਨਾਂ ਨੂੰ ਸੁੱਖ ਸਾਂਦ ਨਾਲ ਘਰੇ ਤੋਰਿਆ ਜਾਵੇ। ਕਿਉਂਕਿ ਪੰਜਾਬ ਤੋਂ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਵੀ ਉਹ ਟਰੈਕਟਰਾਂ ਦੀ ਤਾਂ ਕੋਈ ਗਿਣਤੀ ਨਹੀਂ, ਅਥਾਹ ਗਿਣਤੀ ਦੇ ਵਿੱਚ, ਕਿਉਂਕਿ 20 ਤਰੀਕ ਤੋਂ ਹੀ ਕਿਸਾਨਾਂ ਨੇ ਕਾਫਲਿਆਂ ਦੇ ਰੂਪ ਦੇ ਵਿੱਚ ਦਿੱਲੀ ਨੂੰ ਕੂਚ ਕਰਨਾ ਸ਼ੁਰੂ ਕਰਤਾ। ਇਸ ਲਈ ਉੱਥੇ ਕਿੰਨਾ ਕੁ ਰਸ਼ ਹੋ ਜੂ, ਕਿੰਨੇ ਬੰਦੇ ਪਹੁੰਚਣਗੇ, ਕਿੰਨੇ ਟਰੈਕਟਰ ਪਹੁੰਚਣਗੇ, ਇਹਦੀ ਗਿਣਤੀ ਲਾਉਣਾ ਵੀ ਕਿਸੇ ਨਾ ਤਾਂ ਖੁਫੀਆ ਏਜੰਸੀ ਦੇ ਵੱਸ ਦਾ ਰੋਗ ਹੈ, ਤੇ ਨਾ ਹੀ ਕਿਸੇ ਪੱਤਰਕਾਰ ਦੇ ਵੱਸ ਦਾ ਰੋਗ ਰਿਹਾ ਵੀ ਉਹ ਆਟਾ ਸੱਟਾ ਲਾ ਲੇ, ਨਾ ਹੀ ਕਿਸਾਨ ਜਥੇਬੰਦੀਆਂ ਨੂੰ ਇਹ ਅੰਦਾਜ਼ਾ ਵੀ ਕਿੰਨੇ ਕੁ ਲੋਕ ਉੱਠ ਕੇ ਜਿਹੜੇ ਇਸ ਸੰਘਰਸ਼ 'ਚ ਆ ਜਾਣਗੇ। ਇਹਦੇ ਲਈ ਅਸੀਂ ਥੋੜ੍ਹਾ ਜਿਹਾ ਪਿਛੋਕੜ ਜਾਈਏ। ਜਦੋਂ ਕਿਸਾਨ ਜਥੇਬੰਦੀਆਂ ਨੇ 25 ਤੇ 26 ਨਵੰਬਰ ਦਾ ਦਿੱਲੀ ਚਲੋ ਦਾ ਸੱਦਾ ਦਿੱਤਾ ਸੀ, ਉਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਸਰਕਾਰ ਨੂੰ ਲਗਾਤਾਰ 3 ਵਾਰ ਲਿਖਿਆ ਗਿਆ ਰੈਲੀ ਦੀ, ਧਰਨੇ ਦੀ ਪ੍ਰਵਾਨਗੀ ਲਈ। ਸਾਰੀ ਪ੍ਰਵਾਨਗੀ ਨਹੀਂ ਦਿੱਤੀ ਗਈ। ਉਹਦਾ ਸਿੱਟਾ ਕੀ ਨਿਕਲਿਆ? ਲੱਖਾਂ ਕਿਸਾਨ ਜਦੋਂ ਪੰਜਾਬ ਤੋਂ, ਹਰਿਆਣਾ ਤੋਂ ਚੱਲ ਕੇ ਸਰਹੱਦਾਂ 'ਤੇ ਪਹੁੰਚੇ ਤਾਂ ਉਹਨਾਂ ਨੂੰ ਹੀ ਭਾਜਣਾ ਪੈ ਗਈਆਂ, ਤੇ ਉਸੇ ਦਿੱਲੀ ਸਰਕਾਰ ਨੇ ਮਿੰਨਤਾਂ ਕੀਤੀਆਂ ਵੀ ਬਰਾੜੀ ਦੇ ਮੈਦਾਨ 'ਚ ਆ ਕੇ ਰੈਲੀ ਕਰ ਲਓ। ਇਸ ਲਈ ਇਤਿਹਾਸ ਤੋਂ ਸਿੱਖਣਾ ਚਾਹੀਦਾ ਹੈ ਸਰਕਾਰ ਨੂੰ। ਜਿਵੇਂ 25 ਤੇ 26 ਨਵੰਬਰ ਨੂੰ ਕਿਸਾਨ ਪਹੁੰਚੇ ਸੀ, ਸਾਰੇ ਹਰਿਆਣਾ ਤੇ ਪੰਜਾਬ ਦੀਆਂ ਸਰਹੱਦਾਂ ਤੋਂ ਲੈ ਕੇ ਸਾਰੇ ਨਾਕੇ ਤੋੜਦੇ ਹੋਏ ਸ਼ਾਂਤੀ ਨਾਲ ਉੱਥੇ ਪਹੁੰਚੇ ਸੀ, ਤੇ ਜੇ 26 ਜਨਵਰੀ ਨੂੰ ਪਰਮਿਸ਼ਨ ਨਾ ਦੇਣ ਦੇ ਬਾਵਜੂਦ ਵੀ ਦਿੱਲੀ 'ਚ ਦਾਖਲ ਹੋ ਕੇ ਉਹ ਮਾਰਚ ਕਰਦੇ ਨੇ, ਤਾਂ ਫਿਰ ਸਰਕਾਰ ਦੀ ਕੀ ਰਹਿ ਜਾਂਦੀ ਹੈ? ਇਸ ਲਈ ਸਰਕਾਰਾਂ ਨੂੰ ਇਹ ਚਾਹੀਦਾ ਹੈ, ਜਦੋਂ ਕਿਸਾਨਾਂ ਨੇ ਹੁਣ ਤੱਕ ਸ਼ਾਂਤੀ ਦਿਖਾਈ ਹੈ, ਹੁਣ ਤੱਕ ਕਿਸੇ ਦੇ ਡੰਡਾ ਤੱਕ ਨਹੀਂ ਮਾਰਿਆ, ਕਿਸੇ ਤੇ ਹੱਥ ਨਹੀਂ ਚੁੱਕਿਆ, ਤਾਂ ਪੀਸਫੁਲ ਸੰਘਰਸ਼ ਜਿਹੜਾ ਕਿ ਭਾਰਤੀ ਜਨਤਾ ਪਾਰਟੀ ਜਦੋਂ ਖੁਦ ਰੈਲੀਆਂ ਮੁਜ਼ਾਹਰੇ ਕਰਦੀ ਹੈ, ਉਹਨਾਂ ਨੂੰ ਜੇ ਕਿਸਾਨ ਰੋਕਦੇ ਨੇ ਉਹ ਕਹਿੰਦੇ ਸਾਡਾ ਜਮਹੂਰੀ ਹੱਕ ਹੈ, ਤਾਂ ਕੀ ਜਿਹੜੇ ਕਿਸਾਨ ਸੜਕਾਂ 'ਤੇ ਬੈਠੇ ਨੇ, ਅੰਦੋਲਨ ਕਰ ਰਹੇ ਨੇ, ਰੋਜ਼ਾਨਾ ਕਿਸਾਨਾਂ ਦੀਆਂ ਲਾਸ਼ਾਂ ਘਰਾਂ ਨੂੰ ਆ ਰਹੀਆਂ ਨੇ, ਉੱਥੇ ਅੰਦੋਲਨ ਦੀ ਭੇਂਟ ਚਾੜ ਰਹੇ ਨੇ, ਜਾਨਾਂ ਵਾਰ ਰਹੇ ਨੇ, ਕਿ ਉਹਨਾਂ ਦਾ ਜਮਹੂਰੀ ਹੱਕ ਨਹੀਂ? ਜਦੋਂ ਉਹਨਾਂ ਨੇ ਪਹਿਲਾਂ ਐਲਾਨ ਕਰ ਦਿੱਤਾ ਵੀ ਅਸੀਂ ਇਹ ਟਰੈਕਟਰ ਪਰੇਡ ਕਰਨੀ ਹੈ, ਤਾਂ ਇਸ ਲਈ ਮੈਨੂੰ ਇਹ ਲੱਗਦਾ ਵੀ ਇਹ ਤਰਕ ਸੰਗਤ ਨਹੀਂ ਦਿੱਲੀ ਪੁਲਿਸ ਵੱਲੋਂ ਇਹਦੇ 'ਤੇ ਰੋਕ ਲਾਉਣਾ, ਉਹਨੂੰ ਪ੍ਰਵਾਨਗੀ ਨਾ ਦੇਣਾ। ਇਹਦੇ ਨਾਲ ਇੱਕ ਸਭ ਤੋਂ ਵੱਡਾ ਵਿਚਾਰਨਯੋਗ ਪਹਿਲੂ ਆਦਿਸ਼ ਇਹ ਹੈ, ਜਦੋਂ ਸੁਪਰੀਮ ਕੋਰਟ ਨੇ ਸਟੇ ਦੇਣ ਤੋਂ ਇਨਕਾਰ ਕਰਤਾ, ਤਾਂ ਇਹਦਾ ਮਤਲਬ ਇਹ ਹੈ ਕਾਨੂੰਨੀ ਨਜ਼ਰੀਏ ਤੋਂ, ਸੰਵਿਧਾਨਕ ਨਜ਼ਰੀਏ ਤੋਂ ਕਾਨੂੰਨਾਂ ਦੀ ਕਿਸਾਨਾਂ ਦੀ ਜਿਹੜੀ ਟਰੈਕਟਰ ਪਰੇਡ ਹੈ ਉਹ ਵਾਜਬ ਹੈ, ਉਹ ਕਰ ਸਕਦੇ ਨੇ, ਤੇ ਪੁਲਿਸ ਕਾਨੂੰਨ ਵਿਵਸਥਾ ਦਾ ਬਹਾਨਾ ਬਣਾ ਕੇ ਉਹਨੂੰ ਪ੍ਰਵਾਨਗੀ ਨਹੀਂ ਦੇ ਰਹੀ, ਜਾਂ ਅੱਜ ਕੱਲ੍ਹ ਸਭ ਤੋਂ ਵੱਡਾ ਹਥਿਆਰ ਮਿਲਿਆ ਹੋਵੇ ਵੀ ਕੋਵਿਡ ਦਾ ਬਹਾਨਾ ਦੇ ਕੇ ਤੁਸੀਂ ਇਨਕਾਰ ਕਰ ਦਿੰਦੇ ਹੋ। ਇਸ ਲਈ ਇਹ ਵਾਜਬ ਨਹੀਂ ਮੰਨੀ ਜਾ ਸਕਦੀ। ਲਾ ਐਂਡ ਆਰਡਰ ਉਦੋਂ ਵਾਜਬ ਮੰਨਿਆ ਜਾ ਸਕਦਾ ਜੇ ਕਿਸਾਨਾਂ ਨੇ ਉੱਥੇ ਲਾ ਐਂਡ ਆਰਡਰ ਦੀ ਜਿਹੜੀ ਸਮੱਸਿਆ ਪੈਦਾ ਕੀਤੀ ਹੋਵੇ, ਉੱਥੇ ਕਿਸੇ ਨੂੰ ਕੁੱਟਿਆ ਮਾਰਿਆ ਹੋਵੇ, ਕਿਸੇ ਪੁਲਿਸ ਵਾਲੇ ਨਾਲ ਕੋਈ ਨੁਕਸਾਨ ਕੀਤਾ ਹੋਵੇ, ਕਿਸੇ ਪੁਲਿਸ ਦੇ ਵਹੀਕਲ ਦਾ ਨੁਕਸਾਨ ਕੀਤਾ ਹੋਵੇ, ਬਲਕਿ ਕਿਸਾਨਾਂ 'ਤੇ ਹੀ ਪਾਣੀ ਦੀਆਂ ਬੁਛਾਰਾਂ
ਕੀਤੀਆਂ ਗਈਆਂ ਜਲ ਤੋਪਾਂ ਨਾਲ ਤੇ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਜੀ ਤੇ ਇਸ ਲਈ ਕਿਸਾਨਾਂ ਨੇ ਤਾਂ ਕਿਸੇ ਨੂੰ ਕੁਝ ਨਹੀਂ ਕਿਹਾ। ਬਿਲਕੁਲ ਇਸ ਲਈ ਇਹ ਜਿਹੜਾ ਪੁਲਿਸ ਦਾ ਜੋ ਵਤੀਰਾ ਹੈ ਇਹਨੂੰ ਸਹੀ ਤਰਕ ਸੰਗਤ ਜਿਹੜਾ ਨਹੀਂ ਕਿਹਾ ਜਾ ਸਕਦਾ। ਜੀ ਇਸ ਤੋਂ ਮਤਲਬ ਸਾਫ਼ ਹੈ ਵੀ ਕਿ ਕਿਸਾਨਾਂ ਦਾ ਹੱਕ ਹੈ ਵੀ ਕਿ ਟਰੈਕਟਰ ਮਾਰਚ ਉਹ ਕੱਢ ਸਕਦੇ ਨੇ ਤੇ ਕੋਈ ਵੀ ਆਪਣੀ ਗੱਲ ਹੈਗੀ ਹੈ, ਸੰਘਰਸ਼ ਹੈਗਾ, ਉਹ ਜਾਰੀ ਰੱਖ ਸਕਦੇ ਨੇ, ਪੁਲਿਸ ਉਹਨਾਂ ਨੂੰ ਨਹੀਂ ਰੋਕ ਸਕਦੀ। ਨਹੀਂ ਦੇਖੋ, ਜਦੋਂ ਦੋ ਜਿਹੜੀਆਂ ਦਲੀਲਾਂ ਉਹ ਇਕੱਠੀਆਂ ਨਹੀਂ ਹੈ। ਜਦੋਂ ਤੁਸੀਂ ਖੁਦ ਕਹਿੰਦੇ ਹੋ ਵੀ ਸਾਡਾ ਰੈਲੀਆਂ ਮੁਜ਼ਾਹਰੇ ਕਰਨਾ, ਧਰਨਾ ਕਰਨਾ ਜਮਹੂਰੀ ਹੱਕ ਹੈ, ਜੀ ਤਾਂ ਜਿਹੜਾ ਸੰਵਿਧਾਨ ਹੈ, ਸੰਵਿਧਾਨ ਨੇ ਤਾਂ ਸਾਰੇ ਹਿੰਦੁਸਤਾਨ ਦੇ ਲੋਕਾਂ ਨੂੰ ਹੱਕ ਦਿੱਤਾ ਹੈ। ਜੀ ਇੱਕ ਤਬਕੇ ਦੇ ਲੋਕਾਂ ਨੂੰ ਤਾਂ ਹੱਕ ਦਿੱਤਾ ਨਹੀਂ, ਜਾਂ ਇੱਕ ਪਾਰਟੀ ਦੇ ਲੋਕਾਂ ਨੂੰ ਹੱਕ ਦਿੱਤਾ ਹੋਵੇ। ਜੀ ਤੇ ਹਿੰਦੁਸਤਾਨ ਦੇ ਵਿੱਚ ਤਾਂ ਮਜ਼ਦੂਰ ਵੀ ਨੇ, ਕਿਸਾਨ ਵੀ ਨੇ, ਦੁਕਾਨਦਾਰ ਵੀ ਨੇ, ਹਰ ਧਰਮ ਦੇ ਲੋਕ ਨੇ, ਹਰ ਵਰਗ ਦੇ ਲੋਕ ਨੇ। ਸਭ ਨੂੰ ਇਹ ਜਮਹੂਰੀ ਹੱਕ ਦਿੱਤਾ ਹੈ ਵੀ ਉਹ ਪੀਸਫੁਲ ਸ਼ਾਂਤਮਈ ਪ੍ਰਦਰਸ਼ਨ ਕਰ ਸਕਦੇ ਨੇ। ਇਸ ਲਈ ਕਿਸਾਨਾਂ ਨੇ ਜਿਹੜਾ ਅੰਦਰਲੇ ਰਿੰਗ ਰੋਡ ਤੇ ਸੰਘਰਸ਼ ਕਰਨ, ਆਪਣੇ ਕਿਸਾਨ ਟਰੈਕਟਰ ਪਰੇਡ ਕਰਨ ਦਾ ਐਲਾਨ ਕੀਤਾ ਹੈ, ਉਹ ਟਰੈਕਟਰ ਪਰੇਡ ਮੈਨੂੰ ਤਾਂ ਲੱਗਦਾ ਵੀ ਇਹਨਾਂ ਨੂੰ ਹੋਣ ਦੇਣੀ ਚਾਹੀਦੀ ਹੈ, ਕਿਉਂਕਿ ਜੋ ਇਤਿਹਾਸ ਕਹਿੰਦਾ ਹੈਗਾ, ਜੋ ਹੁਣ ਤੱਕ ਦਾ 4-5 ਮਹੀਨਿਆਂ ਦਾ ਇਤਿਹਾਸ ਕਹਿੰਦਾ ਹੈ, ਉਹ ਸ਼ਾਂਤਮਈ ਅੰਦੋਲਨ ਹੈ। ਬਿਲਕੁਲ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਦਵਿੰਦਰਪਾਲ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਫੇਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।